बहुत ही प्यारे विद्यार्थियों, गुरु नानक कॉलेज बुढ़लाडा ਤੁਹਾਡਾ ਸਭ ਦਾ ਸਵਾਗਤ ਕਰਦਾ ਹੈ। ਤੁਸੀਂ ਸੰਸਥਾ ਦੇ ਨਾਲ ਜੁੜੇ, ਆਪਣੀ ਰਜਿਸਟ੍ਰੇਸ਼ਨ ਕਰਵਾਈ। ਸੰਸਥਾ ਦੇ ਵਿੱਚ ਤੁਹਾਡੀ ਪਹਿਲ ਕਦਮੀ ਨੂੰ ਸੰਸਥਾ ਵੱਲੋਂ ਸਵਾਗਤ। ਅਸੀਂ ਮਾਣ ਨਾਲ ਅਕਸਰ ਆਖਦੇ ਹਾਂ ਕਿ ਤੁਸੀਂ ਸਾਡੇ ਵੱਲ ਇੱਕ ਕਦਮ ਵਧਾਓ, ਅਸੀਂ ਤੁਹਾਡੇ ਵੱਲ 2 ਕਦਮ ਵਧਾਵਾਂਗੇ। ਪੰਜਾਬੀ ਦੀ ਇਸ ਕਲਾਸ ਦੇ ਵਿੱਚ ਅਸੀਂ ਕੁਝ ਸਾਹਿਤ ਬਾਰੇ ਗੱਲਾਂ ਕਰਾਂਗੇ, ਕੁਝ ਕੁ ਗੱਲਾਂ ਸ਼ਖਸੀਅਤ ਉਸਾਰੀ ਬਾਰੇ ਕਰਾਂਗੇ, ਕੁਝ ਕੁ ਲੇਖਕਾਂ ਦੇ ਹਵਾਲੇ ਨਾਲ ਅਸੀਂ ਇੱਥੇ ਗੱਲਾਂ ਕਰਨੀਆਂ ਨੇ। ਪਿਛਲਾ ਲੈਕਚਰ ਤੁਸੀਂ ਸੁਣਿਆ, ਉਹਦੇ 'ਚ ਬਹੁਤ ਸਾਰੀਆਂ ਅਸੀਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਉਹਨਾਂ ਗੱਲਾਂ ਦੀ ਲੜੀ ਵਜੋਂ ਜੇ ਮੈਂ ਗੱਲ ਕਰਾਂ ਤਾਂ ਸਾਡੇ ਸਾਰਿਆਂ ਦੇ ਆਪਣੇ ਆਪਣੇ ਖੇਤਰ ਨੇ, ਆਪਣੇ ਆਪਣੇ ਕਿੱਤੇ ਨੇ, ਆਪਣੇ ਆਪਣੇ ਕੰਮ ਨੇ, ਆਪਣੇ ਆਪਣੇ ਸ਼ੌਕ ਨੇ, ਤਾਂ ਸਾਡਾ ਵੱਖਰਾ ਵੱਖਰਾ ਸਭ ਦਾ ਅਨੁਭਵ ਹੈ। ਅਸੀਂ ਵੱਖਰੇ ਵੱਖਰੇ ਕਿੱਤਿਆਂ ਦੇ ਵਿੱਚ ਕੰਮ ਕਰਕੇ ਆਪਣੇ ਆਪਣੇ ਤਜਰਬੇ ਜਿਹੜੇ ਆ ਉਹ ਹਾਸਲ ਕਰਦੇ ਹਾਂ। ਲੇਖਕਾਂ ਦੇ ਆਪਣੇ ਤਜਰਬੇ ਹੁੰਦੇ ਨੇ, ਕੰਮ ਕਰਨ ਵਾਲੇ ਲੋਕਾਂ ਦੇ ਆਪਣੇ ਅਨੁਭਵ ਹੁੰਦੇ ਨੇ। ਅਨੁਭਵ ਤੋਂ ਯਾਦ ਆਉਂਦਾ ਕਿ ਮੇਰੇ ਉਰਦੂ ਦੇ ਬਹੁਤ ਹੀ ਵੱਡੇ ਕਹਾਣੀਕਾਰ ਰਜਿੰਦਰ ਸਿੰਘ ਬੇਦੀ ਦੀ ਇੱਕ ਕਹਾਣੀ ਲੰਮੀ ਕੁੜੀ ਦਾ ਜ਼ਿਕਰ ਮੇਰੇ ਚੇਤੇ ਆਉਂਦਾ। ਉੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਨੁਭਵ ਕੀ ਹੁੰਦਾ। ਉਸ ਕਹਾਣੀ ਦੇ ਵਿੱਚ ਇੱਕ ਜਵਾਨ ਪੁੱਤ ਦੀ ਮੌਤ ਹੁੰਦੀ ਹੈ। ਜਵਾਨ ਪੁੱਤ ਦੀ ਮੌਤ ਦੇ ਉਹਦੀ ਮਾਂ ਜਿਹੜੀ ਬੁੱਢੀ ਹੈ ਉਹ ਬੈਣ ਪਾਉਂਦੀ ਹੈ, ਤੇ 2 ਬੰਦੇ ਸੱਥਰ 'ਤੇ ਬੈਠਣ ਵਜੋਂ ਜਾਂਦੇ ਨੇ। ਵਾਪਰਦਾ ਹੈ ਕਿ ਉਹ ਇੱਕ ਬੈਣ ਪਾਉਂਦੀ ਪਾਉਂਦੀ ਸੱਤਰ ਹੈ ਜਿਹੜੀ, ਉਹਨਾਂ ਦੋਨਾਂ ਸੱਥਰ 'ਤੇ ਬੈਠੇ ਲੋਕਾਂ ਨੂੰ ਟੁੰਬਦੀ ਹੈ। ਉਹ ਇਹ ਹੈ ਕਿ ਵੇ ਜਗਨਿਆ ਕਿੱਥੇ ਤਾਂ ਤੇਰੀ ਉਮਰ ਸੀ, ਮੈਨੂੰ ਆਪਣੇ ਮੋਢਿਆਂ 'ਤੇ ਚੱਕਣ ਦੀ, ਕਿੱਥੇ ਤੂੰ ਮੇਰੇ ਮੋਢਿਆਂ 'ਤੇ ਚੜ੍ਹ ਚੱਲੇ। ਉਹਨਾਂ ਦੋਵਾਂ ਬੰਦਿਆਂ ਦੇ ਵਿੱਚ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ। ਇਹ ਕਹਿੰਦਾ ਕਿ ਜੇਕਰ ਕੋਈ ਇਹ ਸਤਰ ਨੂੰ ਲਿਖ ਦੇਵੇ ਕਿਸੇ ਕਹਾਣੀ ਦੇ ਵਿੱਚ, ਨਾਵਲ ਦੇ ਵਿੱਚ, ਕਿਤੇ ਵੀ, ਤਾਂ ਇਹ ਸਤਰ ਪੜ੍ਹਦਿਆਂ ਲੋਕ ਰੋ ਰੋ ਕੇ ਪਾਗਲ ਹੋ ਜਾਣਗੇ। ਦੂਜਾ ਕਹਿਣ ਲੱਗਿਆ, ਇਹ ਸਤਰ ਲਿਖਣ ਲਈ 25 ਸਾਲ ਦਾ ਜਵਾਨ ਪੁੱਤ ਗਵਾਉਣਾ ਪੈਂਦਾ। ਇਹ ਅਨੁਭਵ ਹੈ। ਇਹ ਕਿਸੇ ਕਿੱਤੇ ਦਾ, ਕਿਸੇ ਕਾਰਜ ਦਾ, ਕਿਸੇ ਸਮੇਂ ਦਾ, ਕਿਸੇ ਸਥਾਨ ਦਾ ਗ੍ਰਹਿਣ ਕੀਤਾ ਤਜਰਬਾ। ਅਸੀਂ ਸਾਡੇ ਵਿੱਚੋਂ ਬਹੁਤੇ ਲੋਕਾਂ ਨੂੰ ਉਜਾੜ ਪਸੰਦ ਆ, ਬਹੁਤੇ ਲੋਕਾਂ ਨੂੰ ਨਦੀਆਂ, ਬਹੁਤੇ ਲੋਕਾਂ ਨੂੰ ਦਰਿਆਵਾਂ ਦੇ ਕਿਨਾਰੇ, ਬਹੁਤੇ ਲੋਕਾਂ ਨੂੰ ਸਕੂਲ, ਬਹੁਤੇ ਲੋਕਾਂ ਨੂੰ ਬੇਅਰਥਾ ਬਹੁਤ ਕੁਝ ਪਸੰਦ ਹੈ, ਜਿਹਨੂੰ ਦੁਨੀਆ ਦਾ ਬਹੁਤ ਹੀ ਮਹਾਨ ਸਿਰਜਕ ਅਲਬਰਟ ਕਾਮੂ, ਜਿਹਨੇ ਅਜਨਬੀ ਤੇ ਉੱਪਰੇ ਬੰਦੇ ਦੇ ਵਿੱਚ ਬੇਤੁਕੇਪਣ ਦੀ ਗੱਲ ਕੀਤੀ ਹੈ, ਉਹ ਪਸੰਦ ਆ। ਤਾਂ ਕਰਕੇ ਸਾਡੇ ਹਰੇਕ ਦੇ ਆਪਣੇ ਆਪਣੇ ਕੁਝ ਕੁ ਸ਼ੌਕ ਬਣਦੇ ਆ, ਕੁਝ ਕੁ ਸੁਭਾਅ ਬਣਦੇ ਆ, ਜਿਨ੍ਹਾਂ ਦੇ ਜ਼ਰੀਏ ਅਸੀਂ ਆਪਣੀ ਜ਼ਿੰਦਗੀ ਨੂੰ ਅਗਾਂਹ ਤੋਰਨਾ ਹੁੰਦਾ। ਹੁਣ ਬੰਦਾ ਸਿੱਖਦਾ ਕਿੱਥੋਂ ਹੈ?
ਵਿਦਿਆਰਥੀ ਸਕੂਲ 'ਚ ਬਹੁਤ ਕੁਝ ਸਿੱਖਦਾ, ਵਿਦਿਆਰਥੀ ਆਪਣੇ ਅਧਿਆਪਕਾਂ ਤੋਂ ਬਹੁਤ ਕੁਝ ਸਿੱਖਦਾ, ਵਿਦਿਆਰਥੀ ਬਹੁਤ ਕੁਝ ਸਮਾਜ ਦੇ ਵਿੱਚ ਗ੍ਰਹਿਣ ਕਰਦਾ ਰਹਿੰਦਾ। ਕਈ ਵਾਰੀ ਤੁਹਾਡੀਆਂ ਇਸ ਪੜਾਅ 'ਤੇ ਕੀਤੀਆਂ ਹੋਈਆਂ ਗੱਲਾਂ, ਇਸ ਪੜਾਅ 'ਤੇ ਕੀਤੇ ਹੋਏ ਕੰਮ ਤੁਹਾਡੇ ਆਖਰੀ ਪੜਾਅ ਦੇ ਉੱਤੇ ਤੁਹਾਡੀ ਮੌਤ ਤੇ ਜ਼ਿੰਦਗੀ ਦਾ ਫੈਸਲਾ ਕਰਦੇ ਆ। ਇਸ ਸੰਬੰਧ ਵਿੱਚ ਮੈਂ ਕਾਮੂ ਦੇ ਇੱਕ ਪਾਤਰ ਤੇ ਫਿਰ ਆਉਣਾ। ਉਹਦੇ ਆਊਟਸਾਈਡਰ ਦੇ ਵਿੱਚ ਇੱਕ ਪਾਤਰ ਜਿਹਦੀ ਮਾਂ ਦੀ ਮੌਤ ਹੋਈ ਹੈ, ਮਜਬੂਰੀ ਬਸ ਉਹਨੂੰ ਬਿਰਧ ਆਸ਼ਰਮ ਦੇ ਵਿੱਚ ਛੱਡਣਾ ਪੈਂਦਾ ਆਪਣੀ ਮਾਂ ਨੂੰ। ਬਿਰਧ ਆਸ਼ਰਮ ਦੇ ਵਿੱਚੋਂ ਮੈਸੇਜ ਲੱਗਦਾ ਕਿ ਤੁਹਾਡੀ ਮਾਂ ਦੀ ਮੌਤ ਹੋ ਗਈ। ਉਹਦੇ ਸਾਹਮਣੇ ਇੱਕ ਸਵਾਲ ਹੁੰਦਾ ਕਿ ਅੱਜ ਹੋਈ ਹੈ ਜਾਂ ਕੱਲ੍ਹ ਹੋਈ ਹੈ। ਉਹ ਜਾ ਕੇ ਬੈਠਦਾ, ਸਿਗਰਟ ਤੱਕ ਨਹੀਂ ਭਜਾਉਂਦਾ, ਉਹਦੀ ਅੱਖ ਦੇ ਵਿੱਚੋਂ ਇੱਕ ਵੀ ਹੰਝੂ ਨਹੀਂ ਗਿਰਦਾ। ਪਰ ਉਸ ਬਿਰਧ ਆਸ਼ਰਮ ਦੇ ਵਿੱਚ ਇੱਕ ਬੁੱਢਾ ਜਿਹੜਾ ਉਸ ਔਰਤ ਦੀ ਮੌਤ ਦੇ ਉੱਤੇ ਬਹੁਤ ਹੰਝੂ ਬਹਾ ਰਿਹਾ। ਕਾਮੂ ਦੇ ਉਸੇ ਨਾਵਲ ਵਿੱਚ ਜਦੋਂ ਉਸ ਬੰਦੇ ਨੂੰ ਕਿਸੇ ਜ਼ੁਰਮ ਦੇ ਵਿੱਚ ਫਾਂਸੀ ਦੀ ਸਜ਼ਾ ਹੋਣੀ ਹੈ, ਤਾਂ ਬਿਆਨਾਂ ਦੇ ਵਿੱਚ ਇਹ ਗੱਲ ਵਿਸ਼ੇਸ਼ ਤੌਰ 'ਤੇ ਕੋਡ ਕੀਤੀ ਜਾਂਦੀ ਹੈ ਕਿ ਬੰਦਾ ਹੋਰ ਤਰ੍ਹਾਂ ਦਾ ਬੰਦਾ, ਜਿਹੜਾ ਆਪਣੀ ਮਾਂ ਦੀ ਮੌਤ ਦੇ ਉੱਤੇ ਹੰਝੂ ਨਹੀਂ ਵਹਾ ਸਕਦਾ, ਉਹ ਬੰਦਾ ਕਾਹਦਾ। ਇਹ ਗੱਲ ਉਹਨੂੰ ਆਖਰੀ ਫੈਸਲੇ ਦੇ ਉੱਤੇ ਜਾਂ ਕੋਰਟ ਦੇ ਵਿੱਚ ਇੱਕ ਮੈਨੇ ਵਜੋਂ ਸਾਹਮਣੇ ਆਉਂਦੀ ਹੈ। ਤਾਂ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਫਿਰ ਸਾਹਿਤ ਨੇ ਕੀ ਕਰਨਾ ਹੁੰਦਾ, ਤੁਹਾਡਾ ਇੱਕ ਸਵਾਲ ਬਣਦਾ। ਮੈਂ ਪਿਛਲੇ ਲੈਕਚਰ ਦੇ ਵਿੱਚ ਵੀ ਲਿਊ ਬਾਰੇ ਇੱਕ ਗੱਲ ਕਰੀ ਸੀ ਕਿ ਟਾਲਸਟਾਏ ਨੂੰ ਕਿਸੇ ਨੇ ਪੁੱਛਿਆ ਕਿ ਲੇਖਕ ਕੌਣ ਹੁੰਦਾ। ਉਸ ਦਾ ਜਵਾਬ ਸੀ ਕਿ ਮੈਨੂੰ ਨਹੀਂ ਪਤਾ। ਹਾਂ, ਮੈਂ ਦੱਸ ਸਕਦਾ ਕਿ ਲੇਖਕ ਕੌਣ ਨਹੀਂ ਹੁੰਦਾ। ਉਹ ਕਹਿਣ ਲੱਗਿਆ ਕਿ ਦੱਸੋ ਲੇਖਕ ਕੌਣ ਨਹੀਂ ਹੁੰਦਾ। ਲਿਊ ਕਹਿੰਦਾ ਕਿ ਜਿਸ ਦੀ ਮੌਤ ਹੋਣ ਤੋਂ ਬਾਅਦ ਉਹਦੀ ਰਚਨਾ ਦੀ ਗੱਲ ਨਾ ਹੋਵੇ, ਜਾਂ ਜਿਸ ਦੇ ਮਰਨ ਨਾਲ ਉਹਦੀ ਰਚਨਾ ਖਤਮ ਹੋ ਜੇ, ਉਹ ਲੇਖਕ ਨਹੀਂ ਹੁੰਦਾ। ਦੁਨੀਆ ਦਾ ਬਹੁਤ ਮਹਾਨ ਕਲਾਸਿਕ ਸਾਹਿਤ ਜਿਹਨੂੰ ਤੁਸੀਂ ਕਹਿੰਦੇ ਹੋ, ਸਾਡੇ ਸਾਹਮਣੇ ਆ। ਉਹਨਾਂ ਦੇ ਸਿਰਜਕਾਂ ਦੀ ਮੌਤ ਹੋਣ ਤੋਂ ਬਾਅਦ ਵੀ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ। ਮੈਂ ਅੱਜ ਵੀ ਐਲਬਰਟ ਕਾਮੂ ਨੂੰ ਪੜ੍ਹਦਾ। ਬਹੁਤ ਕਾਫਕਾ ਜਾਂ ਪੰਜਾਬੀ ਦੇ ਵਿੱਚ ਬਹੁਤ ਵੱਡੇ ਵੱਡੇ ਬੰਦੇ ਆ। ਮਨਿੰਦਰ ਕਾਂਗ ਹੈ, ਗੁਰਦਿਆਲ ਸਿੰਘ ਹੈ, ਹਰਿੰਦਰ ਸਿੰਘ ਮਹਿਬੂਬ ਹੈ, ਜਾਂ ਹੋਰ ਬਹੁਤ ਸਾਰੇ ਲੇਖਕ ਨੇ। ਪਰ ਬਹੁਤ ਲੇਖਕ ਉਹ ਨੇ ਜਿਨ੍ਹਾਂ ਦੇ ਖਤਮ ਹੋਣ ਤੋਂ ਬਾਅਦ ਉਹਨਾਂ ਦੀ ਸਿਰਜਣਾ ਦੀ ਕਿਤੇ ਗੱਲ ਨਹੀਂ ਹੁੰਦੀ। ਤਾਂ ਸਾਨੂੰ ਲਿਊ ਦੀ ਗੱਲ ਇੱਥੇ ਸਮਝ ਆਉਂਦੀ ਹੈ। ਕਾਰਨ ਕਿ ਉਹਨਾਂ ਲੇਖਕ ਜਿਹੜੇ ਆਪਣੇ ਮਰਨ ਤੋਂ ਬਾਅਦ ਵੀ ਲਿਟਰੇਚਰ ਰਾਹੀਂ ਜਿਉਂ ਰਹੇ ਹੁੰਦੇ ਨੇ, ਉਹਨਾਂ ਦੀ ਗੱਲ ਦੇ ਵਿੱਚ ਕੋਈ ਨਾ ਕੋਈ ਬਹੁਤ ਵੱਡਾ ਅਰਥ ਹੁੰਦਾ। ਉਹਨਾਂ ਦੀ ਗੱਲ ਦੇ ਵਿੱਚ ਕੋਈ ਜ਼ਿੰਦਗੀ ਜਿਉਣ ਵਰਗੀ ਗੱਲ ਪਈ ਹੁੰਦੀ। ਤਾਂ ਕਰਕੇ ਸਾਹਿਤ ਨੇ ਬਹੁਤ ਕੁਝ ਕਰਨਾ ਹੁੰਦਾ। ਸਾਹਿਤ ਨੇ ਇੱਕ ਤਾਂ ਬੰਦੇ ਦੇ ਸੁਭਾਅ ਨੂੰ, ਬੰਦੇ ਦੇ ਸੋਚਣ ਦੇ ਢੰਗਾਂ ਨੂੰ ਬਹੁਤ ਕੁਝ ਬਦਲਣਾ ਹੁੰਦਾ, ਜਿਹਨੂੰ ਤੁਸੀਂ ਦ੍ਰਿਸ਼ਟੀ ਕਹਿੰਦੇ ਹੋ। ਸੰਕਲਪਗਤ ਭਾਸ਼ਾ ਦੇ ਵਿੱਚ ਆਪਾਂ ਗੱਲ ਕਰਨੀ। ਤੁਸੀਂ ਕਦੇ YouTube ਦੇ ਉੱਤੇ ਜਾਇਓ, ਕਿਉਂਕਿ ਤੁਸੀਂ 12ਵੀਂ ਕਲਾਸ ਤੋਂ ਬਾਅਦ ਸਾਡੇ ਕੋਲ ਆਏ ਹੋ। ਇਹਨਾਂ ਸਾਲਾਂ ਵਿੱਚ ਤੁਹਾਡੇ ਕੋਲ ਹੱਥਾਂ ਦੇ ਵਿੱਚ ਮੋਬਾਈਲ ਫੋਨ ਹੈ। ਇਹਦੀ ਵਰਤੋਂ ਕਿਵੇਂ ਕਰਨੀ ਹੈ? ਮੇਰੀ ਮੰਨ ਕੇ ਤੁਸੀਂ YouTube ਚੈਨਲ 'ਤੇ ਜਾਇਓ, ਉੱਥੇ ਖੂਨ ਕਹਾਣੀ ਭਰਿਓ, ਉੱਥੇ ਸੁੱਤਾ ਨਾਗ ਵੇਖਿਓ। ਖੂਨ ਕਹਾਣੀ ਬਿਲਕੁਲ ਜਦੋਂ ਤੁਰਦੀ ਆਪਣੀ ਤੋਰ,
ਤੁਹਾਨੂੰ ਆਪਣੇ ਨਾਲ ਤੋਰੀ ਜਾਂਦੀ ਹੈ। ਇੱਕ ਮੌਕਾ ਆਉਂਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਹਾਂ ਹੁਣ ਇਹ ਬੰਦਾ ਕਤਲ ਕਰੇਗਾ, ਪਰ ਉਸ ਬੰਦੇ ਦੇ ਸੁਭਾਅ ਦੇ ਵਿੱਚ ਇੱਕ ਬਾਕ ਤਬਦੀਲੀ ਕਰਦਾ ਕਿ ਇੱਕ ਚਾਚਾ ਆਪਣੇ ਭਤੀਜੇ ਨੂੰ ਮਾਰਨ ਜਾਂਦਾ, ਖੂਹ ਦੀ ਮਣ 'ਤੇ ਬੈਠਾ, ਸ਼ਾਮ ਦਾ ਟਾਈਮ ਹੈ, ਇੱਕ ਕੱਚੇ ਪਹੇ ਦੇ 'ਤੇ ਨਾ ਬੱਚਾ ਤੁਰਿਆ ਆਉਂਦਾ। ਉਹਨੂੰ ਪੁੱਛਦਾ ਕਿ ਤੂੰ ਕਿਹਦਾ? ਉਹ ਆਪਣੇ ਨਾਨੇ ਦਾ ਨਾਂ ਲੈਂਦਾ। ਉਹ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ? ਉਹ ਕਹਿੰਦਾ ਡਰ? ਮੇਰੀ ਮਾਂ ਕਹਿੰਦੀ ਹੁੰਦੀ ਹੈ ਕਿ ਮਾਲਵੇ ਦੇ ਵਿੱਚ ਇੱਕ ਤਾਂ ਚਾਚਾ ਹੈ ਕਰਤਾਰਾ। ਕਹਿੰਦਾ ਉਹ ਮੇਰਾ ਚਾਚਾ ਕਰਤਾਰਾ ਮੇਰੇ ਨਾਲ ਰਹਿੰਦਾ, ਹਰ ਵਕਤ ਮੈਨੂੰ ਭੈ ਨਹੀਂ ਆਉਂਦਾ। ਉਹੀ ਚਾਚਾ ਜਿਹੜਾ ਉਹਨੂੰ ਮਾਰਨ ਲਈ ਖੜਾ ਹੋਇਆ, ਉਹਨੂੰ ਜੱਫੀ ਚ ਲੈ ਲੈਂਦਾ। ਸਾਹਿਤ ਨੇ ਇਹ ਕੁਛ ਕਰਨਾ ਹੁੰਦਾ। ਤੁਸੀਂ ਕਦੇ ਮਹਿੰਦਰ ਸਿੰਘ ਸਰਨਾ ਦੀ ਕਹਾਣੀ ਇੱਕ ਬਾਲੜੀ ਦੋ ਪਤਾਸੇ ਪੜ੍ਹਿਓ? ਕਦੇ ਹਰਮਿੰਦਰ ਚਹਿਲ ਦੀ ਕਹਾਣੀ ਪੁੰਨ ਪੜ੍ਹਿਓ? ਪੁੰਨ ਦੇ ਜਿਹੜੇ ਅਰਥ ਅਸੀਂ ਲੈ ਰਹੇ ਹਾਂ ਕਿ ਕਿਸੇ ਦੀ ਭਲਾਈ ਕਰਨਾ ਪੁੰਨ ਹੁੰਦਾ, ਪਰ ਉਹ ਕਹਾਣੀਆਂ ਦੱਸਦੀਆਂ ਨੇ ਕਿ ਕਿਸੇ ਨੂੰ ਇੱਕ ਵਕਤ ਮਾਰਨਾ ਵੀ ਪੁੰਨ ਹੁੰਦਾ। ਹੁਣ ਤੁਹਾਡਾ ਸਵਾਲ ਹੈ ਕਿ ਕਿਸੇ ਨੂੰ ਮਾਰਨਾ ਪੁੰਨ ਕਿਵੇਂ ਹੋਇਆ? ਪਰ ਉਹ ਕਹਾਣੀ ਪੜ੍ਹਦੇ ਹਾਂ ਤੁਹਾਨੂੰ ਸਪਸ਼ਟ ਹੋਵੇਗਾ ਕਿ ਜੇਕਰ ਇਹ ਬੰਦਾ ਇਉਂ ਨਾ ਕਰਦਾ ਤਾਂ ਬਹੁਤ ਵੱਡਾ ਗੁਨਾਹ ਸੀ। ਇਹਨੇ ਉਸ ਬੰਦੇ ਨੂੰ ਮਾਰ ਕੇ ਬਹੁਤ ਵੱਡਾ ਪੁੰਨ ਕੀਤਾ। ਤਾਂ ਕਰਕੇ ਤੁਹਾਡਾ ਦ੍ਰਿਸ਼ਟੀਕੋਣ, ਤੁਹਾਡਾ ਨਜ਼ਰੀਆ, ਤੁਹਾਡਾ ਫੈਸਲਾ ਬਦਲਣ ਦੇ ਵਿੱਚ, ਬੰਦੇ ਵਿੱਚ ਬੰਦਿਆਈ ਪੈਦਾ ਕਰਨ ਦੇ ਵਿੱਚ ਸਾਹਿਤ ਦੀ ਬਹੁਤ ਵੱਡੀ ਭੂਮਿਕਾ ਹੁੰਦੀ। ਤੁਸੀਂ ਕਿਸ ਵਕਤ ਕੀ ਸਵਾਲ ਪੁੱਛਣਾ ਹੈ, ਇਹ ਵੀ ਬਹੁਤ ਵਾਰ ਤੁਹਾਨੂੰ ਕਿਤਾਬ ਨੇ, ਕਿਸੇ ਲੇਖਕ ਨੇ ਦੱਸਣਾ ਹੁੰਦਾ। ਮੇਰੇ ਹੱਥ ਵਿੱਚ ਜਿਹੜੀ ਕਿਤਾਬ ਤੁਸੀਂ ਵੇਖ ਰਹੇ ਹੋ, ਇਹ ਸੁਰਜੀਤ ਪਾਤਰ ਹੋਰਾਂ ਦੀ ਹੈ, ਸੂਰਜ ਮੰਦਰ ਦੀਆਂ ਪੌੜੀਆਂ। ਇਹਦੇ ਵਿੱਚ ਇੱਕ ਛੋਟਾ ਜਿਹਾ ਵਾਕਿਆ ਕਿ ਯੂਨੀਵਰਸਿਟੀ ਦੇ ਵਿੱਚ ਪਾਤਰ ਸਾਹਿਬ ਕੋਈ ਨਕਸਲਬਾੜੀ ਮੂਵਮੈਂਟ ਦੇ ਵਿੱਚ ਜਦੋਂ ਕੱਢੇ ਜਾਂਦੇ ਨੇ, ਉੱਥੇ ਵਾਪਸ ਪਰਤਦੇ ਆ। ਉਹ ਜਿਹੜੇ ਘਰ ਦੇ ਵਿੱਚ ਰਹਿੰਦੇ ਨੇ, ਉੱਥੇ ਘਰ ਦੇ ਵਿੱਚ ਕਈ ਜੀਅ ਨੇ। ਇੱਕ 40 ਕੁ ਸਾਲ ਦੀ ਸੁਆਣੀ ਹੈ, ਉਹ ਜਵੰਦਰੂ ਕੁੱਬੀ ਆ। ਉਹਦੇ ਘਰ ਵਿੱਚ ਧੀ ਸੀ, ਉਹ ਵਿਆਹ ਨਹੀਂ ਸੀ ਹੋਇਆ ਉਹਦਾ ਨਾਮ ਸੀ ਤੇਜੋ। ਉਹ ਕਈ ਵਾਰੀ ਆ ਕੇ ਨਾ ਸਾਡੇ ਨਾਲ ਗੱਲਾਂ ਕਰਨ ਲੱਗ ਪੈਂਦੀ। ਇੱਕ ਦਿਨ ਕਹਿੰਦਾ ਪਾਤਰ ਸਾਹਿਬ ਕਹਿੰਦੇ, ਇੱਕ ਦਿਨ ਮੈਨੂੰ ਸਰਸਰੀ ਪੁੱਛਿਆ ਕਿ ਤੇਜੋ ਤੇਰੀ ਉਮਰ ਕਿੰਨੀ ਕੁ ਹੈ? ਉਹ ਕੁਝ ਚਿਰ ਚੁੱਪ ਰਹੀ, ਫਿਰ ਕਹਿਣ ਲੱਗੀ, ਕਾਕਾ ਉਹ ਗੱਲ ਕਰੀਦੀ ਹੈ ਜਿਹਦੇ ਨਾਲ ਦਿਲ ਨੂੰ ਠੰਡ ਪਵੇ। ਹੁਣ ਇਹ ਛੋਟੀ ਜਿਹੀ ਗੱਲ ਹੈ ਜਿਹੜੀ ਸਾਨੂੰ ਦੱਸਦੀ ਹੈ ਕਿ ਕਿਸ ਵਕਤ ਕੀ ਕਹਿਣਾ, ਕਿਹੜਾ ਸਵਾਲ ਕਰਨਾ, ਕਿਹੜਾ ਸਵਾਲ ਨਹੀਂ ਕਰਨਾ। ਸਾਹਿਤ ਬਹੁਤ ਕੁਝ ਦਿੰਦਾ ਹੈ, ਪਰ ਸਾਹਿਤ ਨੂੰ ਪੜ੍ਹਨ ਦਾ ਤਰੀਕਾ ਹੋਵੇ। ਸਾਹਿਤ ਬੰਦੇ ਦੀ ਸਮਝ ਨੂੰ ਬਹੁਤ ਵੱਡੇ ਪੱਧਰ 'ਤੇ ਡਿਵੈਲਪ ਕਰਦਾ। ਹੁਣ ਜਦੋਂ ਤੁਸੀਂ ਇੱਕ ਮੈਂ ਗੱਲ ਹੋਰ ਅਕਸਰ ਕਰਦਾ ਕਿ ਸਾਹਿਤ ਅਤੇ ਸੰਗੀਤ ਦੀ ਕੋਈ ਹੱਦ ਨਹੀਂ ਹੁੰਦੀ। ਸਾਹਿਤ ਸਿਰਫ ਪੰਜਾਬੀ ਦਾ ਸਾਹਿਤ ਹੀ ਨਾ, ਪੰਜਾਬੀ ਦੇ ਵਿੱਚ ਬਹੁਤ ਕਮਾਲ ਦਾ ਲਿਟਰੇਚਰ ਹੈ, ਪਰ ਪੰਜਾਬੀ ਤੋਂ ਬਾਹਰ ਬਹੁਤ ਕਮਾਲ ਦਾ ਲਿਟਰੇਚਰ ਹੈ। ਜਿਹਨੂੰ ਅੰਗਰੇਜ਼ੀ ਆਉਂਦੀ ਆ ਉਹ ਬਹੁਤ ਕੁਛ ਪੜ੍ਹ ਸਕਦਾ, ਜਿਹਨੂੰ ਹਿੰਦੀ ਆਉਂਦੀ ਆ ਹੋਰ ਬਹੁਤ ਕੁਛ ਪੜ੍ਹ ਸਕਦਾ। ਜਦੋਂ ਮੈਂ ਕਹਿੰਦਾ ਕਿ ਸਾਹਿਤ ਅਤੇ ਸੰਗੀਤ ਇਹ ਬੰਦੇ ਨੂੰ ਕਿੱਥੇ ਲੈ ਕੇ ਜਾਂਦਾ, ਇੱਕ ਖਾਸ ਤਰ੍ਹਾਂ ਦੇ ਜ਼ੋਨ 'ਚ ਲੈ ਕੇ ਜਾਂਦਾ। ਉਸ ਜ਼ੋਨ ਦੇ ਵਿੱਚ ਜਾ ਕੇ ਹੀ ਅਸੀਂ ਉਸ ਗੱਲ ਨੂੰ ਸਮਝ ਸਕਦੇ ਹਾਂ। ਸ਼ਿਆਮ ਸੁੰਦਰ ਦੀਪਤੀ ਮਿੰਨੀ ਕਹਾਣੀਕਾਰ ਦੇ ਵਿੱਚ ਬਹੁਤ ਵੱਡਾ ਨਾਮ ਹੈ, ਮੈਡੀਕਲ ਕਾਲਜ ਦੇ ਵਿੱਚ ਪ੍ਰੋਫੈਸਰ ਹੈ ਅੰਮ੍ਰਿਤਸਰ। ਉਹਦੀ ਕਹਾਣੀ ਹੱਦ ਹੈ ਬਹੁਤ ਛੋਟੀ ਜੀ। ਵਾਪਰਦਾ ਹੈ ਕਿ ਇੱਕ ਬੰਦਾ, ਉਹਦੇ ਕੰਨੀ ਕੋਈ ਆਵਾਜ਼ ਪੈਂਦੀ ਹੈ, ਇੱਧਰਲੇ ਪੰਜਾਬ ਤੋਂ ਉੱਧਰਲੇ ਪੰਜਾਬ ਚਲਾ ਜਾਂਦਾ, ਆਵਾਜ਼ ਸੁਣਦਾ ਸੁਣਦਾ ਉੱਧਰ ਜਾ ਕੇ ਫੜਿਆ ਜਾਂਦਾ। ਮੁਜਰਮ ਹੈ,
ਹੋ ਕੇ ਹੱਦ ਪਾਰ ਕਰ ਗਿਆ। ਕੋਰਟ ਦੇ ਵਿੱਚ ਜਾਂਦਾ ਹੈ, ਜੱਜ ਇੱਕ ਸਵਾਲ ਪੁੱਛਦਾ ਕਿ ਤੂੰ, ਦੋ ਵਕੀਲਾਂ ਦੀ ਬਹਿਸ ਹੁੰਦੀ ਹੈ, ਹੱਦ ਪਾਰ ਕਿਉਂ ਕਰੀ? ਜਦੋਂ ਆਪਣਾ ਸਪਸ਼ਟੀਕਰਨ ਦਿੰਦਾ ਉਹ ਪੁੱਛਦਾ, ਦੱਸਦਾ ਕਿ ਕਿਹੜੀ ਹੱਦ? ਉਹ ਕਹਿੰਦੇ ਇੱਕ ਬਾਰਡਰ ਜਿਹੜਾ ਭਾਰਤ ਤੇ ਪਾਕਿਸਤਾਨ ਦਾ ਪਾਰ ਕੀਤਾ। ਉਹ ਕਹਿੰਦਾ ਜਨਾਬ ਮੈਨੂੰ ਬਹੁਤ ਦੂਰ ਤੋਂ ਮੇਰੇ ਕੰਨੀ ਇੱਕ ਹੀਰ ਦੀ ਆਵਾਜ਼ ਪਈ ਸੀ, ਕੋਈ ਗਾ ਰਿਹਾ ਸੀ। ਕਹਿੰਦਾ ਜਿਉਂ ਜਿਉਂ ਮੈਂ ਨੇੜੇ ਆਈ ਗਿਆ ਮੈਨੂੰ ਸਵਾਦਲੀ ਲੱਗੀ ਗਈ, ਮੈਨੂੰ ਤਾਂ ਪਤਾ ਹੀ ਨਹੀਂ ਮੈਂ ਕਿਹੜੀ ਹੱਦ ਟੱਪ ਗਿਆ। ਕਹਾਣੀ ਇੱਥੇ ਆ ਕੇ ਖਤਮ ਹੋ ਜਾਂਦੀ। ਐਵੇਂ ਸਾਹਿਤ ਆ, ਬਿਲਕੁਲ ਸੰਗੀਤਮਾਨ। ਬਹੁਤੀਆਂ ਕਿਤਾਬਾਂ ਉਹ ਨੇ ਜਿਹੜੀਆਂ ਜਦੋਂ ਮੈਂ ਪੜ੍ਹਦਾ ਪਤਾ ਹੀ ਨਹੀਂ ਲੱਗਦਾ, 500 ਸਫ਼ਾ 600 ਸਫ਼ਾ ਇੱਕ ਬੈਠਕ ਦੇ ਵਿੱਚ ਅਸੀਂ ਪੜ੍ਹ ਜਾਈਦਾ। ਇੱਕ ਇਹ ਵੀ ਗੱਲ ਪ੍ਰਚਲਿਤ ਹੈ ਕਿ ਜਸਵੰਤ ਸਿੰਘ ਕੰਵਲ ਦਾ ਮੈਂ ਅਕਸਰ ਗੱਲ ਕਰਦਾ ਕਿ ਜਦੋਂ ਤੁਸੀਂ ਪਹਿਲੇ ਪੜ੍ਹਾ ਦਿੱਤੇ ਹੋ, ਜਸਵੰਤ ਸਿੰਘ ਕੰਵਲ ਦਾ ਇੱਕ ਨਾਵਲ ਹੈ ਪੂਰਨਮਾਸ਼ੀ, ਉਹ ਜ਼ਰੂਰ ਪੜ੍ਹੋ। ਜ਼ਰੂਰ ਪੜ੍ਹਦੇ ਵਕਤ